ਦਲਜੀਤ ਚੀਮਾ ਸਾਹਿਬ ਵੀ ਜੁੜ ਰਹੇ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਚੀਮਾ। ਡਾਕਟਰ ਚੀਮਾ, ਬਹੁਤ ਬਹੁਤ ਸਵਾਗਤ ਹੈ। ਆਰਪੀ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ। ਆਰਪੀ ਸਿੰਘ ਸਾਹਿਬ ਨੇ ਚਿੱਠੀ ਲਿਖੀ ਹੈ ਕੇਂਦਰੀ ਗ੍ਰਹਿ ਮੰਤਰੀ ਨੂੰ, ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ 84 ਦਾ ਜਿਹੜਾ ਕਤਲੇਆਮ ਸੀਗਾ ਉਸ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਫਾਈਲਾਂ ਜਿਹੜੀਆਂ ਨੇ ਉਹ ਜਨਤਕ ਹੋਣੀਆਂ ਚਾਹੀਦੀਆਂ ਨੇ, ਔਰ ਟੂ ਦਾ ਪੁਆਇੰਟ ਜਿਹੜਾ ਐਕਚੁਅਲ ਹੋਇਆ ਕੀ ਹੈ ਉਹ ਸਾਰੀ ਹਕੀਕਤ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ। ਕਨਸਪੀਰੇਸੀ ਕਿੱਥੇ ਘੜੀ ਗਈ ਹੈ, ਕਿਵੇਂ ਹੋਇਆ। ਆਰਪੀ ਸਿੰਘ ਸਾਹਿਬ ਵੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਉਹ ਹਵਾਲਾ ਦੇ ਰਹੇ ਨੇ ਇੱਕ ਸਾਬਕਾ ਰੋਹ ਅਧਿਕਾਰੀ ਦੇ ਵੱਲੋਂ ਲਿਖੀ ਗਈ ਕਿਤਾਬ ਦਾ, ਜਿਸ ਦੇ ਵਿੱਚ ਉਹਨਾਂ ਨੇ ਕਈ ਸਾਰੀ ਗੱਲਾਂ ਦਾ ਜ਼ਿਕਰ ਕੀਤਾ ਹੈ ਕਿ ਇਹ ਤਿਆਰੀ 80 ਤੋਂ ਚੱਲ ਰਹੀ ਸੀਗੀ। 80 ਦੇ ਸਾਲ ਤੋਂ ਜਿਹੜਾ ਹੈਗਾ ਇਹ ਸ਼ੁਰੂਆਤ ਹੋ ਚੁੱਕੀ ਸੀ ਔਰ 84 ਵਿੱਚ ਇਸ ਨੂੰ ਅੰਜਾਮ ਦਿੱਤਾ ਗਿਆ। ਚੀਮਾ ਸਾਹਿਬ, ਇਸ ਮੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ? ਦੇਖੋ, ਗੱਲ ਤੇ ਹੈ ਕਿ ਚੀਜ਼ਾਂ ਤਾਂ ਸਾਰੀਆਂ ਪਹਿਲਾਂ ਹੀ ਜਨਤਕ ਆ। ਨਾਨਾਵਤੀ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਪਾਰਲੀਮੈਂਟ 'ਚ ਪੇਸ਼ ਹੋ ਚੁੱਕੀ ਆ ਔਰ ਉਹਦੇ ਵਿੱਚ ਇਹ ਬੜਾ ਸਪਸ਼ਟ ਲਿਖਿਆ ਹੋਇਆ ਹੈ ਕਿ ਇਹ ਆਰਗੇਨਾਈਜ਼ਡ ਕ੍ਰਾਈਮ ਸੀਗਾ। ਭੀੜਾਂ ਨੂੰ ਲਿਆ ਕੇ ਘਰਾਂ ਦੇ ਵਿੱਚੋਂ DTC ਦੀਆਂ ਬੱਸਾਂ ਦੇ ਵਿੱਚ ਉੱਥੇ ਲਿਆਂਦਾ ਗਿਆ, ਸਿੱਖਾਂ ਦੇ ਘਰਾਂ ਦੀ ਸ਼ਨਾਖਤ ਕੀਤੀ ਗਈ। ਸਾਰਿਆਂ ਕੋਲ ਇੱਕੋ ਤਰ੍ਹਾਂ ਦਾ ਪਾਊਡਰ ਸੀ ਜਿਹੜਾ ਪਾ ਕੇ ਉੱਥੇ ਸੁੱਟ ਕੇ ਅੱਗ ਲਾਈ ਜਾਂਦੀ ਸੀਗੀ। ਉਹਦੇ 'ਚ ਕਾਂਗਰਸ ਦੇ ਲੀਡਰਾਂ ਦੇ ਬੜੇ ਸਪਸ਼ਟ ਉਹਨਾਂ ਨੇ ਨਾਮ ਦਿੱਤੇ ਸਾਰਿਆਂ ਦੇ ਕਿ ਇਹ ਕਾਂਗਰਸ ਦੇ ਲੀਡਰ ਹੈਗੇ ਆ ਜਿਹੜੇ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈ। ਇਸ ਕਰਕੇ ਜਦੋਂ ਜਿਹੜੀ ਹੈ ਇੱਕ ਸੁਪਰੀਮ ਕੋਰਟ ਦੇ ਰਿਟਾਇਰਡ ਚੀਫ ਜਸਟਿਸ ਨੇ ਰਿਪੋਰਟ ਪੇਸ਼ ਕਰ ਦਿੱਤੀ, ਗੱਲ ਤਾਂ ਹੈ ਕਿ ਉਸ ਤੋਂ ਬਾਅਦ ਉੱਤੇ ਫਾਲੋ ਅਪ ਐਕਸ਼ਨ ਕੀ ਹੁੰਦਾ, ਕਿਉਂਕਿ ਇਹ ਤਾਂ ਇੱਕ ਨਿਊਜ਼ ਹੀ ਬਣ ਕੇ ਰਹਿ ਜਾਂਦੀ ਹੈ ਕਿ ਫਿਰ ਤੁਸੀਂ ਨਵੇਂ ਸਿਰੇ ਤੋਂ ਕਿਸੇ ਨੇ ਕਿਤਾਬ ਲਿਖ ਦਿੱਤੀ। ਇਹ ਆਲਰੇਡੀ ਜਿਹੜੇ ਕਮਿਸ਼ਨਸ ਆਫ ਇਨਕੁਆਇਰੀ ਨੇ ਉਹਨਾਂ ਨੇ ਬੜੇ ਤੱਥ ਜਿਹੜੇ ਆ ਸਾਹਮਣੇ ਲਿਆਂਦੇ ਹੋਏ ਆ, ਦੇਸ਼ ਦੇ ਪਾਰਲੀਮੈਂਟ 'ਚ ਦੇਸ਼ ਦੇ 'ਚ ਪੇਸ਼ ਹੋ ਚੁੱਕੇ ਆ। ਗੱਲ ਤਾਂ ਫਾਲੋ ਅਪ ਐਕਸ਼ਨ ਦੀ ਹੈ ਕਿ ਉਹਨਾਂ ਦੇ ਉੱਤੇ ਫਾਲੋ ਅਪ ਐਕਸ਼ਨ ਜਿਹੜਾ ਉਹ ਕਿਉਂ ਨਹੀਂ ਹੁੰਦਾ। ਫਾਲੋ ਅਪ ਥੋੜਾ ਬਹੁਤਾ ਐਕਸ਼ਨ ਹੋਇਆ, ਉਸ ਤੋਂ ਬਾਅਦ ਜਿਹੜਾ ਹੈਗਾ ਉਹਦੇ 'ਚ ਸੱਜਣ ਕੁਮਾਰ ਜੇਲ੍ਹ ਗਿਆ, ਕੁਝ ਹੋਰ ਲੋਕਾਂ ਦੇ ਕੇਸ ਖੁੱਲੇ। ਤੇ ਐਕਚੁਅਲੀ ਤੇ ਗੱਲ ਹੈ ਕਿ ਫਾਲੋ ਅਪ ਐਕਸ਼ਨ ਦੇ ਨਾਲ ਹੀ ਜਿਹੜੀ ਹੈਗੀ ਆ ਕੋਈ ਲੋਕਾਂ ਨੂੰ ਇਨਸਾਫ ਮਿਲ ਸਕਦਾ। ਪਹਿਲਾਂ ਬਹੁਤ ਕੁਝ ਜਨਤਕ ਹੋ ਚੁੱਕਿਆ, ਪਹਿਲਾਂ ਜਿੰਨਾ ਜਨਤਕ ਹੋ ਚੁੱਕਿਆ ਉਹ ਤਾਂ ਘੱਟੋ ਘੱਟ ਉਹਦੇ ਉੱਤੇ ਤਾਂ ਐਕਸ਼ਨ ਹੋਵੇ ਨਾ। ਪਹਿਲਾਂ ਜਿਹੜਾ ਜਨਤਕ ਹੋਇਆ ਉਸ ਤੇ ਐਕਸ਼ਨ ਹੋਣਾ ਚਾਹੀਦਾ ਹੈ। ਚੀਮਾ ਸਾਹਿਬ ਬਣੇ ਰਹੋ ਸਾਡੇ ਨਾਲ। ਸਿੰਘ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਸਾਡੇ ਨਾਲ ਬਰਿੰਦਰ ਸਿੰਘ ਢਿੱਲੋਂ ਵੀ ਜੁੜ ਰਹੇ ਨੇ, ਪ੍ਰਧਾਨ ਨੇ ਪੰਜਾਬ ਯੂਥ ਕਾਂਗਰਸ ਦੇ। ਢਿੱਲੋਂ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਆਰਪੀ ਸਿੰਘ ਸਾਹਿਬ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ 84 ਦੇ ਨਾਲ ਜੁੜੇ ਕਤਲੇਆਮ ਦੀ ਜਿਹੜੀਆਂ ਫਾਈਲਾਂ ਜਿਹੜੀਆਂ ਨੇ, ਸਰਕਾਰੀ ਫਾਈਲਾਂ ਤਾਂ ਉਹ ਜਨਤਕ ਹੋਣੀ ਚਾਹੀਦੀ ਹੈ। ਦੂਜੀ, ਇਸ ਮਾਮਲੇ ਬਾਰੇ ਟਰੁਥ ਕਮਿਸ਼ਨ ਇੱਕ ਬਣਾਇਆ ਜਾਣਾ ਚਾਹੀਦਾ ਜਿਹੜਾ ਪੂਰੀ ਜਾਂਚ ਕਰੇ ਇਸ ਪੂਰੇ ਮਾਮਲੇ ਦੀ, ਇੱਕ ਵੱਖਰੇ ਤਰੀਕੇ ਔਰ ਟਰਾਂਸਪੇਰੈਂਸੀ ਦੇ ਨਾਲ ਹਰੇਕ ਚੀਜ਼ ਜਿਹੜੀ ਹੈਗੀ ਉਹ ਜਨਤਕ ਤੌਰ ਤੇ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਹੈ। ਕਨਸਪੀਰੇਟਰ ਕੌਣ ਸੀਗੇ, ਸਾਜ਼ਿਸ਼ ਕਿਹਨਾਂ ਨੇ ਘੜੀ ਔਰ ਕਦੋਂ ਤੋਂ ਇਹ ਘੜੀ ਜਾ ਰਹੀ ਸੀਗੀ, ਇਹ ਸੱਚ ਸਾਹਮਣੇ ਆਣਾ ਚਾਹੀਦਾ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਇਸ ਮੰਗ ਨੂੰ ਕਿਵੇਂ ਦੇਖਦੇ ਹੋ? ਅਸੀਂ ਕਹਿੰਦੇ ਬਿਲਕੁਲ ਹੋਣਾ ਚਾਹੀਦਾ, ਕੋਈ ਬੰਦਾ ਬਖਸ਼ਿਆ ਨਹੀਂ ਜਾਣਾ ਚਾਹੀਦਾ। ਜਿਹੜੇ ਭਾਵੇਂ ਸਿੱਖ ਕਤਲੇਆਮ ਸ਼ਾਮਿਲ ਸੀ, ਜਿਹੜੀਆਂ ਜਨਤਕ ਗੱਲਾਂ ਉਹ ਵੀ ਜਨਤਕ ਹੋਣੀਆਂ ਚਾਹੀਦੀਆਂ ਵੀ ਕਿਉਂ ਇਹ ਫੈਸਲੇ ਲਿੱਤੇ ਗਏ। ਲੇਕਿਨ ਗੱਲ ਇਹ ਵੀ ਨਾਲ ਆ ਵੀ ਕਦ ਤੱਕ BJP ਜਿਹੜੀ ਇਹ ਲੈਟਰਾਂ ਲਿਖ ਰਹੀ ਹੈ, ਕਦੀ 2002 ਬਾਰੇ ਬੋਲੇ, ਗੁਜਰਾਤ ਰਾਇਟਸ ਬਾਰੇ ਹੀ ਸੇਮ ਬੰਦੇ। ਇਸ ਕਰਕੇ ਕਰਨੀ ਜ਼ਰੂਰੀ ਆ ਕਿਉਂਕਿ ਇਹ ਸਿਰਫ ਰਾਜਨੀਤੀ ਕਰਨ ਨੂੰ ਗੱਲਾਂ ਕੀਤੀਆਂ ਜਾਂਦੀਆਂ। ਇਹ ਜਦੋਂ ਕਿ ਅਕਾਲੀ ਦਲ ਜਿਹੜੀ ਅੱਜ ਹੁਣ ਮੈਂ ਸੁਣ ਰਿਹਾ ਸੀ ਗੱਲ ਕਰ ਰਿਹਾ ਬਹਿਬਲ ਕਲਾ ਔਰ ਬਰਗਾੜੀ ਬਾਰੇ ਬੋਲੇ ਵੀ ਉਦੋਂ ਗੱਲਾਂ ਜਨਤਕ ਹੋਣੀਆਂ ਚਾਹੀਦੀਆਂ, ਕਿਉਂ ਗੋਲੀਆਂ ਚੱਲੀਆਂ। ਗੱਲਾਂ ਰਾਜਨੀਤੀਕਰਨ ਨੂੰ ਨਾ ਕਰੋ ਨਾ ਵੀ ਸਿਰਫ ਇੱਕ ਪਾਰਟੀ ਨੂੰ ਆਪਾਂ ਮਾੜਾ ਚੰਗਾ ਬੋਲ ਕੇ ਕੀ ਉਹਦੇ ਨਾਲ ਇਨਸਾਫ ਮਿਲ ਜੂਗਾ। ਸੈਂਟਰ ਵਿੱਚ 8 ਸਾਲ ਇਹਨਾਂ ਦੀ ਸਰਕਾਰ ਪਹਿਲਾਂ ਰਹੇ, 14 ਸਾਲ ਪਿਛਲੇ 30 ਸਾਲਾਂ ਦੇ ਵਿੱਚੋਂ 84 ਤੋਂ ਬਾਅਦ ਆਜ਼ਾਦੀ ਦੀ 30 ਸਾਲਾਂ ਦੇ ਵਿੱਚੋਂ ਇਹ ਰਹਿ ਚੁੱਕੇ ਆ 14 ਤੋਂ 16 ਸਾਲ 16 ਸਾਲ ਘੱਟ ਨਹੀਂ ਹੁੰਦੇ ਸੈਂਟਰ ਦੇ ਵਿੱਚ। ਲੇਕਿਨ ਦੱਸੋ ਫਿਰ ਇਨਸਾਫ ਕਿੱਥੇ ਮਿਲਿਆ? ਸਿਰਫ ਗੱਲਾਂ ਕਰਨ ਖਾਤਰ ਕਰਨੀਆਂ ਆਪਾਂ, ਗੱਲਾਂ ਦੀ ਚਿੱਠੀਆਂ ਲਿਖ ਕੇ ਬਸ ਅੱਜ ਦੀ ਖਬਰ ਬਣਾ ਕੇ ਆਪਾਂ ਸਿਰਫ ਇੱਕ ਖਬਰ ਬਣਾਉਣੀ ਔਰ ਆਪਾਂ ਉਹਨਾਂ ਚੀਜ਼ਾਂ ਦੇ ਉੱਤੇ ਕੋਈ ਅਮਲ ਨਹੀਂ ਹੋਣਾ। 16 ਸਾਲ ਹੋ ਗਏ ਇਹਨਾਂ ਦੀ ਸਰਕਾਰ ਨੂੰ ਸੈਂਟਰ 'ਚ। ਆਰਪੀ ਸਿੰਘ ਸਾਹਿਬ, ਸਿਰਫ ਸਿਆਸਤ ਕਰਨ ਲਈ ਇਹ ਚਿੱਠੀ ਲਿਖੀ ਜਾ ਰਹੀ ਹੈ? ਤੁਹਾਡੇ ਸਾਹਮਣੇ ਅਗਰ ਸਿਆਸਤ ਨਾ ਕਰਨੀ ਹੋਵੇ ਤੇ ਗੁਜਰਾਤ ਰਾਈਟਸ ਬਾਰੇ ਵੀ ਬੋਲਣ, ਇਹਨਾਂ ਨੂੰ ਇੰਨਾ ਕਤਲੇਆਮਾਂ ਦਾ ਤਕਲੀਫ ਹੋਵੇ। ਢਿੱਲੋਂ ਸਾਹਿਬ, ਸਵਾਲ ਦਾ ਜਵਾਬ ਵੀ ਲੈ ਲੈਣਾ, ਜਵਾਬ ਲੈਣਾ। ਆਰਪੀ ਸਿੰਘ ਸਾਹਿਬ, ਮੈਨੂੰ ਲੱਗਦਾ ਇਹਨਾਂ ਦਾ ਖੂਨ ਪਾਣੀ ਹੋ ਚੁੱਕਾ ਹੈ। ਸਿੱਖ ਨਹੀਂ, ਸਿੱਖਾਂ ਦਾ ਉਹ ਸਿੱਖ ਨਹੀਂ ਜਿਹੜਾ ਖੂਨ ਹਾਲੇ ਵੀ ਫੁੱਲ ਕਿਸੇ ਹੋਰ ਜੋੜ ਦਿੰਦੇ ਨੇ। ਅਫਸੋਸ ਇਸ ਗੱਲ ਦਾ, ਪਰੰਤੂ ਜਿਹੜੀ
ਇਹ ਇसी ਸਰਕਾਰ ਦੇ ਅੰਤਰਗਤ ਪ੍ਰਧਾਨ ਮੰਤਰੀ ਮੋਦੀ ਦੀ ਚਲਦੇ ਹੋਏ ਅੱਜ ਸੱਜਣ ਕੁਮਾਰ ਔਰ ਬਾਕੀ ਲੋਕੀ ਜੇਲ੍ਹ 'ਚ ਨੇ, ਵੱਡੇ ਜਿਹੜੇ ਹੈਗੇ ਨੇ, ਔਰ ਬਾਕੀਆਂ ਦੇ ਮਾਮਲੇ ਚੱਲ ਰਹੇ ਨੇ। ਤੇ ਬੜਾ ਸਪਸ਼ਟ ਹੈ ਕਿ ਅਸੀਂ ਇਹਦੀ ਰਾਜਨੀਤੀ ਨਹੀਂ, ਮੈਂ ਕਹਿੰਦਾ ਜਿਹੜੇ ਡਾਕੂਮੈਂਟ ਉਸ ਵੇਲੇ ਦੇ ਹੈਗੇ ਨੇ, ਜਿਹੜੇ ਖਾਸ ਕਰਕੇ ਹੁਣ ਜਿਹੜੀ ਜਾਣਕਾਰੀ ਨਵੀਂ ਜਾਣਕਾਰੀਆਂ ਆਈਆਂ ਨੇ ਉਹ ਜਨਤਕ ਹੋਏ, ਉਹ ਡੀਕਲਾਸੀਫਾਈ ਹੋਣ ਡਾਕੂਮੈਂਟ, ਔਰ ਇੱਕ 25 ਸਾਲ ਤੋਂ ਬਾਅਦ ਡਾਕੂਮੈਂਟ ਡੀਕਲਾਸੀਫਾਈ ਕਰਨ ਵਾਸਤੇ ਕੋਈ ਪ੍ਰੋਸੈਸ ਵੀ ਹੁੰਦਾ, ਉਹ ਪ੍ਰੋਸੈਸ ਸ਼ੁਰੂ ਕੀਤਾ ਜਾਏ ਤਾਂ ਕਿ ਔਰ ਜਿਹਨੂੰ ਕੋਈ ਆਰਟੀਆਈ ਦੇ ਅੰਤਰਗਤ ਕੋਈ ਜਾਣਕਾਰੀ ਮੰਗੇ ਉਹ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਕਿ ਜਿਹੜਾ ਉਹਦੇ ਪਿੱਛੇ ਉਸ ਵੇਲੇ षड्यंत्र रचिया जा रहा है, जिथों बैठ के रचिया जा रहा है षड्यंत्र। जब होम मिनिस्टर हाथ खड़े करके कि मेरे हाथ में कुछ नहीं हैगा, तो वो जानकारी बाहर आनी चाहिए सारी भी होम मिनिस्टर के पिछे कौन सी, तो जब होम मिनिस्टर हाथ खड़े कर रही थी तो कौन सी जगह चला रही थी सिस्टम में। ਡਾਕਟਰ ਚੀਮਾ ਜਿਹੜੀ ਗੱਲ ਕਹਿ ਰਹੇ ਨੇ ਕਿ ਆਲਰੇਡੀ ਬਹੁਤ ਸਾਰੀਆਂ ਗੱਲਾਂ ਜਨਤਕ ਨੇ ਪਰ ਉਹਨਾਂ ਦਾ ਫੋਲੋ ਅਪ ਨਹੀਂ ਹੁੰਦਾ, ਜਿਹੜੀ ਕਾਰਵਾਈ ਹੁੰਦੀ ਉਹਦਾ ਫੋਲੋ ਅਪ ਨਹੀਂ ਹੁੰਦਾ, ਔਰ ਇਸ ਕਰਕੇ ਕਿਤੇ ਨਾ ਕਿਤੇ ਕਮੀ ਜਿਹੜਾ ਹੈਗਾ, ਖਾਮੀ ਹੈਗੀ ਜਿਹੜੀ ਉਹ ਰਹਿ ਜਾਂਦੀ ਹੈ। ਆਰਪੀ ਸਿੰਘ ਸਾਹਿਬ नहीं फॉलोअप तो हर चीज़ का हो रहा है जी, ये नहीं फॉलोअप नहीं हो रहा जी। जरा मेरा कहना है कि ਜਿਹੜੇ ਡਾਕੂਮੈਂਟ ਨੇ ਉਹਦੀ ਜਾਣਕਾਰੀਆਂ ਦਿੱਤੀਆਂ ਜਾਣ ਜੀ, ਜਿਹੜੇ ਉਸ ਵੇਲੇ ਦੇ ਹੋਰ ਡਾਕੂਮੈਂਟ ਨੇ ਉਹ ਸਾਰੇ ਬਾਹਰ ਆਣ, ਉਹ ਡਾਕੂਮੈਂਟ ਦੇ ਆਧਾਰ ਤੇ ਸਾਰੀ ਗੱਲ ਹੋਏਗੀ ਜੀ। ਉਹ ਡਾਕੂਮੈਂਟ ਦੇ ਆਧਾਰ ਤੇ ਪਤਾ ਲੱਗੇਗਾ ਕਿ ਉਹ ਜਿਹੜਾ ਰਿਮੋਟ ਕੰਟਰੋਲ ਸੀ ਕਿੱਥੋਂ ਚੱਲ ਰਿਹਾ ਸੀ ਉਸ ਵੇਲੇ 84 ਦਾ, ਜਾਂ 84 ਤੋਂ ਪਹਿਲੇ ਜਿਹੜਾ ਪੂਰਾ ਮਾਮਲਾ ਰਚਿਆ ਜਾ ਰਿਹਾ ਸੀ, ਉਹਦੀ ਕੁਝ ਜਾਣਕਾਰੀ ਆਣੀ ਸ਼ੁਰੂ ਹੋਈਆਂ, ਉਹ ਬਾਹਰ ਨਿਕਲਣ, ਉਹ ਬਾਹਰ ਆਣ ਦੁਨੀਆ ਅੱਗੇ ਐਕਸਪੋਜ਼ ਹੋਏ ਸਾਰਾ ਮਾਮਲਾ ਜੀ। ਡਾਕਟਰ ਚੀਮਾ ਇਹ ਜਿਹੜੀ ਗੱਲ ਇਹ ਜਿਹੜੀ ਗੱਲ ਆਰਪੀ ਸਿੰਘ ਸਾਹਿਬ ਕਹਿ ਰਹੇ ਨੇ, ਇਸ ਗੱਲ ਨਾਲ ਤੁਸੀਂ ਇਤਫਾਕ ਰੱਖਦੇ ਹੋ ਕਿ ਜਿਹੜੀ ਨਵੀਂ ਜਾਣਕਾਰੀ ਆ ਰਹੀ ਹੈ ਉਹ ਜਨਤਕ ਜਿਹੜੀ ਹੈਗੀ ਹੁਣ ਹੋਣੀ ਚਾਹੀਦੀ ਹੈ, ਔਰ ਉਸ ਦੇ ਬਾਰੇ ਜਿਹੜਾ ਹੈਗਾ ਹੁਣ ਚਰਚਾ ਹੋਣੀ ਚਾਹੀਦੀ ਹੈ। ਨਵੀਂ ਜਾਣਕਾਰੀ ਉਹੀ ਪੁਰਾਣੀ ਜਾਣਕਾਰੀ ਹੈ ਜਿਹੜੀ ਜਸਟਿਸ ਨਾਨਾਵਤੀ ਕਮਿਸ਼ਨ ਦੇ ਵਿੱਚ ਆ ਚੁੱਕੀ ਹੈ। ਮੈਂ ਕਹਿੰਦਾ ਕਿ ਉਹਦੇ ਵਿੱਚ ਇਹ ਗੱਲ ਸਾਬਤ, ਹੈਲੋ ਜੀ ਜੀ ਡਾਕਟਰ ਚੀਮਾ, ਉਹਦੇ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਆਰਗੇਨਾਈਜ਼ਡ ਕ੍ਰਾਈਮ ਸੀਗਾ। ਨਾਨਾਵਤੀ ਕਮਿਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਡੀਟੀਸੀ ਦੀਆਂ ਬੱਸਾਂ ਦਿੱਤੀਆਂ ਗਈਆਂ, ਭੀੜਾਂ ਨੂੰ ਲੈ ਕੇ ਆਇਆ ਗਿਆ, ਘਰਾਂ ਦੀ ਸ਼ਨਾਖਤ ਵੋਟਰ ਲਿਸਟਾਂ ਤੋਂ ਕੀਤੀ ਗਈ, ਕਰਨ ਵਾਲੇ ਲੀਡਰ ਖੜੇ ਸੀ, ਕਰਾਉਣ ਵਾਲੇ ਲੀਡਰ ਖੜੇ, ਸਾਰੇ ਦੇ ਨਾਂ ਲਿਖੇ ਹੋਏ। ਫਿਰ ਪੁਲਿਸ ਨੇ ਇੰਨੀ ਦੇਰ ਤੱਕ ਉਹ ਫੜ ਕੇ ਸਾਰੇ ਅੰਦਰ ਕਿਉਂ ਨਹੀਂ ਦਿੱਤੇ? ਗਲਤ ਹੈ ਇਹ ਮੈਟਰ ਕਰਦਾ। ਪਾਊਡਰ ਕਿੱਥੋਂ ਖਰੀਦਿਆ ਗਿਆ ਸੀ ਉਹ ਬਰਾਮਦੀ ਕਰਨਾ ਪੁਲਿਸ ਦਾ ਕੰਮ ਹੈ। ਉਹਦੇ ਚ ਹੁਣ ਕੀ ਜਾਂਚ ਕਿੰਨੀ ਕੁ ਵਾਰੀ ਕਰਾਓਗੇ? ਠੀਕ ਚੀਮਾ ਸਾਹਿਬ, ਸਿੰਘ ਸਾਹਿਬ ਇਹ ਕਹਿ ਰਹੇ ਸੀਗੇ, ਚੀਮਾ ਸਾਹਿਬ ਇੱਕ ਚੀਜ਼ ਮੈਂ ਐਡ ਕਰ ਦਵਾਂ, ਚੀਮਾ ਸਾਹਿਬ ਇੱਕ ਚੀਜ਼ ਮੈਂ ਐਡ ਕਰ ਦਵਾਂ, ਆਰਪੀ ਸਿੰਘ ਸਾਹਿਬ ਕਹਿ ਰਹੇ ਸੀਗੇ ਕਿ ਉਸ ਵੇਲੇ ਦੇ ਹੋਮ ਮਿਨਿਸਟਰ ਸੀਗੇ ਨਰਸਿਮਹਾ ਰਾਓ, ਉਹਨਾਂ ਦੇ ਕੋਲ ਆਈਕੇ ਗੁਜਰਾਲ ਸਾਹਿਬ ਜਾਂਦੇ ਨੇ ਕਿ ਤੁਸੀਂ ਆਰਮੀ ਸੱਦ ਲਓ, ਉਹ ਹੱਥ ਖੜੇ ਕਰ ਦਿੰਦੇ ਨੇ, ਤੇ ਹੋਮ ਮਿਨਿਸਟਰ ਹੱਥ ਖੜੇ ਕਰ ਰਹੇ ਸੀਗੇ। ਇਹ ਗੱਲ ਪਹਿਲਾਂ ਜਨਤਕ ਹੋ ਚੁੱਕੀ ਹੈ। ਦੂਜੀ ਗੱਲ ਕਿ ਇਸ ਦੇ ਬਾਰੇ ਜਿਹੜੇ ਰੌ ਦੇ ਸਾਬਕਾ ਅਧਿਕਾਰੀ ਨੇ ਕਿਤਾਬ ਲਿਖੀ ਹੈ, ਉਸ ਦੇ ਵਿੱਚੋਂ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਕੁਝ ਨਵੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਦੱਸੀਆਂ ਨੇ ਕਿ 80 ਵਿੱਚੋਂ 80ਵੇਂ ਦੇ ਦਹਾਕੇ ਵਿੱਚ ਜਿਹੜਾ ਹੈਗਾ 80 ਦਾ ਸਾਲ ਜਿਹੜਾ ਸੀਗਾ 1980 ਤੋਂ ਇਹ ਸਾਰੀ ਤਿਆਰੀ ਚੱਲ ਰਹੀ ਸੀਗੀ, ਔਰ 84 ਦੇ ਵਿੱਚ ਇਸ ਨੂੰ ਸਾਰੇ ਨੂੰ ਅੰਜਾਮ ਦਿੱਤਾ ਗਿਆ। ਇੱਥੇ ਤੱਕ ਕਿ ਇੰਦਰਾ ਗਾਂਧੀ ਦੇ ਕੋਈ ਸੁਰੱਖਿਆ ਅਧਿਕਾਰੀ ਸੀਗੇ ਮਿਸਟਰ ਕੌ, ਉਹਨਾਂ ਦਾ ਹਵਾਲਾ ਉਹਨਾਂ ਨੇ ਦਿੱਤਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਵਿੱਚ ਬ੍ਰੀਚ ਹੋ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਕੌਣ ਕਰ ਰਿਹਾ ਸੀਗਾ, ਕੌਣ ਕਰਵਾ ਰਿਹਾ ਸੀਗਾ, ਇਹ ਸਾਰੀ ਚੀਜ਼ਾਂ ਪਹਿਲਾਂ ਜਦ ਤੱਕ ਹੋ ਚੁੱਕੀਆਂ ਨੇ। ਦੇਖੋ ਕਾਫੀ ਕੁਝ ਜਿਹੜੀਆਂ ਪਹਿਲੀਆਂ ਕਮਿਸ਼ਨ ਦੀਆਂ ਰਿਪੋਰਟਾਂ ਨੇ ਆ ਚੁੱਕਿਆ। ਜੇ ਤੁਸੀਂ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਕਰੋਗੇ ਤੇ ਫਿਰ ਅਗਲੀ ਸਚਾਈ ਆਪਣੇ ਆਪ ਸਾਹਮਣੇ ਆਏਗੀ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਫਾਈਲਾਂ ਦੇ ਵਿੱਚ ਘੁੰਮੀ ਜਾਣ ਉਹਦੇ ਨਾਲ ਕਦੇ ਵੀ ਸੋਲੂਸ਼ਨ ਜਿਹੜਾ ਸਿਰੇ ਨਹੀਂ ਚੜਦਾ। ਜਦੋਂ ਤੁਸੀਂ ਬੰਦੇ ਫੜਨੇ ਸ਼ੁਰੂ ਕਰੋਗੇ ਕਿ ਉਹ ਭੀੜ ਕੌਣ ਲੈ ਕੇ ਆਇਆ ਸੀ, ਬੱਸਾਂ ਨੂੰ ਕਿੰਨੇ ਮੋਟੀਵੇਟ ਕੀਤਾ ਸੀ। ਹੁਣ ਦਿੱਲੀ ਦੇ ਵਿੱਚ ਪੁਲਿਸ ਨੂੰ ਇੰਨੇ ਸਾਲਾਂ ਚੋਂ ਪਤਾ ਹੀ ਨਹੀਂ ਲੱਗੇ। ਦੇਖੋ ਨਾ 10,000 ਦੇ ਕਰੀਬ ਉੱਥੇ ਜਿਹੜੇ ਲੋਕ ਮਾਰੇ ਗਏ, ਤੇ ਕੀ ਪੁਲਿਸ ਨੂੰ ਇੰਨੇ ਸਾਲਾਂ ਦੇ ਵਿੱਚ ਬੰਦੇ ਨਹੀਂ ਲੱਭੇ ਕਿ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਭੀੜਾਂ ਦੀਆਂ ਗਵਾਹੀਆਂ ਕੀਤੇ ਗਏ? ਤੇ ਇਹ ਕਿਉਂ ਹਾਲੇ ਤੱਕ ਜਿਹੜੇ ਵੱਡੇ ਲੀਡਰ ਹੈ ਵੀ ਹਾਲੇ ਤੱਕ ਕਿਉਂ ਘੁੰਮ ਰਹੇ? ਜੇ ਇਹਨਾਂ ਦੀ ਪ੍ਰੋਪਰ ਇੰਟਰੋਗੇਸ਼ਨ ਹੁੰਦੀ ਤੇ ਸਾਰੇ ਤੱਥ ਆਪਣੇ ਆਪ ਸਾਹਮਣੇ ਆ ਜਾਂਦੇ। ਬਰਿੰਦਰ ਢਿੱਲੋਂ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਚੀਮਾ ਸਾਹਿਬ, ਬਰਿੰਦਰ ਢਿੱਲੋਂ ਸਾਹਿਬ ਕਹਿ ਰਹੇ ਨੇ ਕਿ ਇਹ ਸਾਰੀਆਂ ਚੀਜ਼ਾਂ ਸਿਰਫ ਹੁਣ ਪੋਲਿਟਿਕਸ ਕਰਨ ਲਈ ਹੋ ਰਹੀਆਂ ਨੇ, ਅਦਰਵਾਈਜ਼ ਜਿੰਨਾ ਇਸ਼ੂਜ਼ ਤੇ ਗੱਲ ਹੋਣੀ ਚਾਹੀਦੀ ਹੈ। ਅਕਾਲੀ ਦਲ ਨੂੰ ਵੀ ਉਹਨਾਂ ਨੇ ਸਵਾਲ ਕੀਤਾ ਹੈ ਕਿ ਬਰਗਾੜੀ ਤੇ ਬਾਬਲ ਕਲਾਂ ਦੇ ਬਾਰੇ ਅਕਾਲੀ ਦਲ ਕਿਉਂ ਨਹੀਂ ਬੋਲਦਾ, ਉਸ ਵੇਲੇ ਬਾਰੇ ਸਵਾਲ ਕਿਉਂ ਨਹੀਂ ਕਰਦਾ? ਦੇਖੋ ਗੱਲ ਇਹ ਹੈ ਕਿ ਜਿਹੜੀ ਹੈ ਬਰਗਾੜੀ ਬਾਰੇ, ਬਾਬਲ ਕਲਾਂ ਬਾਰੇ 5 ਸਾਲ ਦੇ ਇਹਨਾਂ ਦੀ ਕਾਂਗਰਸ ਦੀ ਸਰਕਾਰ ਇੱਥੇ ਰਹੀ ਆ। ਜੇ ਕਿਸੇ ਦੇ ਅਗੇਂਸਟ ਕੋਈ ਕਿਸੇ ਦਾ ਕਸੂਰ ਸੀ ਤੇ ਚੱਕੇ ਅੰਦਰ ਕਿਉਂ ਨਹੀਂ ਕੀਤਾ? ਕਿੰਨੇ ਰੋਕਿਆ ਸੀ? ਪੂਰੇ 5 ਸਾਲ ਕਾਂਗਰਸ ਦੀ ਸਰਕਾਰ ਉਸ ਤੋਂ ਬਾਅਦ ਰਹੀ ਆ। ਇਮੀਡੀਏਟਲੀ ਘਟਨਾ ਤੋਂ ਬਾਅਦ ਜਿਹੜੀ ਹੈ ਕਾਂਗਰਸ ਦੀ ਸਰਕਾਰ ਆ ਗਈ ਸੀਗੀ। ਇਸ ਕਰਕੇ 5 ਸਾਲ ਦਾ ਪੂਰਾ ਸਮਾਂ ਮਿਲਿਆ। ਅੱਜ ਕਿਸੇ ਦੇ ਕਹਿਣ ਦੀ ਕੀ ਲੋੜ ਹੈ? ਹੁਣ 1984 ਦੇ ਕੇਸ ਨੂੰ ਜਿਹਦੇ ਚ 10,000 ਲੋਕਾਂ ਦਾ ਕਤਲੇਆਮ ਹੋਇਆ, ਕਿ ਉਹਦੇ ਵਿੱਚ ਤੁਸੀਂ ਦੋਸ਼ੀ ਪਾਈ ਜਾਂਦੇ ਹੋ, ਕਾਂਗਰਸ ਪਾਰਟੀ ਦੋਸ਼ੀ ਪਾਈ ਜਾਂਦੀ ਆ, ਕਾਂਗਰਸ ਦੇ ਵੱਡੇ ਲੀਡਰ ਦੋਸ਼ੀ ਪਾਈ ਜਾਂਦੇ ਆ,
ਤੇ ਉਹਦਾ ਤੁਸੀਂ ਆ ਕੇ ਬਰਗਾੜੀ ਨਾਲ ਕਰਕੇ ਤੇ ਲੋਕਾਂ ਨੂੰ ਜਵਾਬ ਦੇ ਦਿਓ। ਇਹ ਕੋਈ ਲੌਜਿਕ ਤਾਂ ਨਹੀਂ ਬਣਦਾ। ਕਿੰਨੇ ਰੋਕਿਆ ਸੀ ਐਕਸ਼ਨ ਲੈਣ ਨੂੰ? 5 ਸਾਲ ਸਰਕਾਰ ਚੱਲੀ ਆ, ਸਾਰੇ ਅੰਦਰ ਦੇਣੇ ਚਾਹੀਦੇ ਸੀ ਜਿਹੜਾ ਕਿ ਕਸੂਰਵਾਰ ਸੀ। ਠੀਕ, ਬਹੁਤ ਬਹੁਤ ਸ਼ੁਕਰੀਆ ਡਾਕਟਰ ਚੀਮਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਰਿੰਦਰ ਢਿੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਰਪੀ ਸਿੰਘ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਸੋ ਆਰਪੀ ਸਿੰਘ ਬੀਜੇਪੀ ਆਗੂ ਨੇ, ਉਹਨਾਂ ਨੇ ਚਿੱਠੀ ਲਿਖੀ ਹੈ ਕੇਂਦਰੀ ਗ੍ਰਹਿ ਮੰਤਰੀ ਨੂੰ ਔਰ ਮੰਗ ਕੀਤੀ ਹੈ ਕਿ ਕੁਝ ਜਾਣਕਾਰੀਆਂ ਅਜਿਹੀਆਂ ਨੇ ਜਿਹੜੀ ਜਨਤਕ ਹੋਣੀਆਂ ਚਾਹੀਦੀਆਂ ਨੇ ਔਰ ਇਸ ਜਾਣਕਾਰੀ ਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਦੱਸੀਆਂ ਨੇ। ਰॉ ਦੇ ਇੱਕ ਸਾਬਕਾ ਅਧਿਕਾਰੀ ਦੀ ਕਿਤਾਬ ਦਾ ਉਹਨਾਂ ਨੇ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਸਾਰੀ ਗੱਲ ਜਿਹੜਾ ਹੈਗਾ 80 ਦੇ ਦਹਾਕੇ ਤੋਂ ਇਹ ਸਾਰੀ ਤਿਆਰੀ ਚੱਲ ਰਹੀ ਸੀਗੀ। ਮਨਜਿੰਦਰ ਸਿਰਸਾ ਸਾਹਿਬ ਸਾਡੇ ਨਾਲ ਜੁੜ ਰਹੇ ਨੇ ਇਸ ਵੇਲੇ। ਮਨਜਿੰਦਰ ਸਿਰਸਾ ਸਾਹਿਬ, ਇਹ ਮੰਗ ਜਿਹੜੀ ਆਰਪੀ ਸਿੰਘ ਸਾਹਿਬ ਕਰ ਰਹੇ ਨੇ ਕਿ ਜਿਹੜੀ ਫਾਈਲਾਂ ਨੇ ਉਹ ਜਨਤਕ ਹੋਣੀ ਚਾਹੀਦੀਆਂ ਨੇ। ਉਹ ਕਹਿ ਰਹੇ ਨੇ ਕਿ 1984 ਦੀਆਂ ਫਾਈਲਾਂ ਜਨਤਕ ਕੀਤੀਆਂ ਜਾਣ। ਬੀਜੇਪੀ ਆਗੂ ਆਰਪੀ ਸਿੰਘ ਨੇ ਅਮਿਤ ਸ਼ਾਹ ਨੂੰ ਬਕਾਇਦਾ ਚਿੱਠੀ ਲਿਖੀ ਹੈ ਕੇਂਦਰੀ ਗ੍ਰਹਿ ਮੰਤਰੀ ਨੂੰ ਔਰ ਜਾਂਚ ਦੀਆਂ ਫਾਈਲਾਂ ਜਨਤਕ ਕਰਨ ਦੀ ਮੰਗ ਕੀਤੀ ਹੈ। ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੇ ਲਈ ਟਰੁਥ ਕਮਿਸ਼ਨ ਬਣਾਇਆ ਜਾਵੇ। ਅਸਲ ਦੋਸ਼ੀਆਂ ਦਾ ਚਿਹਰਾ ਸਭ ਦੇ ਸਾਹਮਣੇ ਆਵੇ। ਸਿਆਸੀ ਲਾਹੇ ਦੇ ਲਈ ਦੰਗੇ ਕਰਾਉਣ ਵਾਲਿਆਂ ਦਾ ਪਰਦਾਫਾਸ਼ ਹੋਵੇ। ਇੰਦਰਾ ਗਾਂਧੀ ਦੇ ਕਤਲ ਨੂੰ ਲੈ ਕੇ ਉਹਨਾਂ ਦੇ ਸੁਰੱਖਿਆ ਸਲਾਹਕਾਰ ਆਰਨ ਕਾਓ ਦਾ ਜਿਹੜਾ ਲਿਖਿਆ ਹੋਇਆ ਨੋਟ ਸੀਗਾ ਉਹ ਵੀ ਜਨਤਕ ਕੀਤਾ ਜਾਵੇ। ਚਿੱਠੀ ਜਿਹੜੀ 38 ਸਾਲ ਹੋ ਗਏ ਨੇ ਪਰ ਅਜੇ ਤੱਕ ਪੂਰਾ ਇਨਸਾਫ ਨਹੀਂ ਮਿਲਿਆ। ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗੇ ਅਜੇ ਵੀ ਖੁੱਲੇ ਘੁੰਮ ਰਹੇ ਨੇ। ਚਿੱਠੀ ਵਿੱਚ ਸਾਬਕਾ ਰॉ ਅਧਿਕਾਰੀ ਜੀਬੀਐਸ ਸਿੱਧੂ ਦੀ ਕਿਤਾਬ ਦਾ ਜ਼ਿਕਰ ਕੀਤਾ ਗਿਆ। ਰਾਜੀਵ ਗਾਂਧੀ ਨੇ ਕਿਹਾ ਕਿ ਜਦ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਸਾਫ਼ ਹੁੰਦਾ ਹੈ ਕਿ 84 ਦੇ ਕਤਲੇਆਮ ਨੂੰ ਰਾਜੀਵ ਗਾਂਧੀ ਅਗਵਾਈ ਦੇ ਰਹੀ ਸੀ। ਇਹ ਸਾਰੀਆਂ ਗੱਲਾਂ ਆਰਪੀ ਸਿੰਘ ਸਾਹਿਬ ਲਿਖ ਰਹੇ ਨੇ ਆਪਣੀ ਚਿੱਠੀ ਦੇ ਵਿੱਚ। ਮਨਜਿੰਦਰ ਸਿੰਘ ਸਿਰਸਾ ਸਾਹਿਬ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ, ਕਿਉਂਕਿ ਕਾਫੀ ਚਿਰ ਤੋਂ ਤੁਸੀਂ ਵੀ ਇਸ ਲੜਾਈ ਦੇ ਵਿੱਚ ਸ਼ਾਮਿਲ ਹੋ ਜਿਹੜੀ 84 ਦੇ ਉਸ ਵੇਲੇ ਦੇ ਕਤਲੇਆਮ ਦੇ ਪੀੜਤ ਹਜੇ ਵੀ ਲੜ ਰਹੇ ਆ ਉਸ ਇਨਸਾਫ ਦੀ ਲੜਾਈ ਨੂੰ, ਤੁਸੀਂ ਉਹਨਾਂ ਦੇ ਨਾਲ ਖੜੇ ਹੁੰਦੇ ਹੋ। ਇਸ ਚਿੱਠੀ ਨੂੰ ਕਿਵੇਂ ਦੇਖਦੇ ਹੋ ਤੁਸੀਂ? ਨਹੀਂ, ਬੜੀਆਂ ਠੀਕ ਗੱਲਾਂ ਲਿਖੀਆਂ ਨੇ, ਕਿਉਂਕਿ ਜੇ ਆਪਾਂ ਪਿਛੋਕੜ 'ਚ ਦੇਖੀਏ ਜਿਹੜੀ ਸਭ ਤੋਂ ਇਹਦੇ 'ਚ ਇੰਪੋਰਟੈਂਟ ਡਿਵੈਲਪਮੈਂਟ ਹੁਣ ਤੱਕ ਰਹੀ, ਇਹ ਗਾਂਧੀ ਪਰਿਵਾਰ ਜਿਹੜਾ ਹੁਣ ਤੱਕ ਸਾਥ ਦਿੰਦਾ ਰਿਹਾ ਉਹਦੇ ਕਰਕੇ। ਦੇਖੋ 1984 ਦੇ ਅੰਦਰ ਜੋ ਹੋਇਆ ਉਸ ਤੋਂ ਬਾਅਦ ਉਸ ਕਤਲੇਆਮ ਤੇ ਲੋਕਾਂ ਨੂੰ ਸਜ਼ਾਵਾਂ ਨਾ ਮਿਲ ਸਕਣ, ਇਹਦੇ ਵਾਸਤੇ ਜਿਹੜਾ ਪ੍ਰਯਤਨ ਕੀਤਾ ਗਿਆ ਕਾਂਗਰਸ ਵੱਲੋਂ ਔਰ ਖਾਸ ਤੌਰ ਤੇ ਗਾਂਧੀ ਪਰਿਵਾਰ ਵੱਲੋਂ, ਉਸਨੇ ਇਹ ਸਾਰੇ ਦੇ ਸਾਰੇ ਇਨਸਾਫ ਦੀ ਉਮੀਦ ਤੇ ਵੀ ਇੱਕ ਜਿਹਨੂੰ ਕਹਿੰਦੇ ਆ ਖਤਮ ਕਰ ਦਿੱਤੀ। ਉਸ ਉਮੀਦ ਤੇ ਵੀ ਪਾਣੀ ਫੇਰਤਾ। 1991 ਦੇ ਅੰਦਰ ਮੈਂ ਤੁਹਾਨੂੰ ਇੱਕ ਜ਼ਰੂਰ ਇੰਸਟੈਂਸ ਯਾਦ ਕਰਾਉਣਾ ਚਾਹੁੰਦਾ। ਸੱਜਣ ਕੁਮਾਰ ਦੇ ਕੇਸ ਦੇ ਅੰਦਰ ਵਿਟਨੈਸ ਸੀ। ਉਸਦੇ ਬੇਟੇ ਨੂੰ ਮੰਜੇ ਤੇ ਬੰਨ ਕੇ ਅੱਗ ਲਾਤੀ ਸੀ। ਉਹਦੀ ਬੇਟੀ ਦਾ ਰੇਪ ਕੀਤਾ ਸੀ 1991 ਚ, 94 ਚ ਜੀ 7 ਸਾਲ ਬਾਅਦ। ਸੋ ਤੁਸੀਂ ਦੇਖੋ ਕਿ ਕਿੰਨਾ ਦਰਦਨਾਕ ਮੰਜ਼ਰ ਆ ਕਿ ਇੱਕ ਪਰਿਵਾਰ ਨਾਲ ਪਹਿਲਾਂ ਇੰਨੀ ਜ਼ਿਆਦਤੀ ਹੋਈ, ਉਹਦੇ ਬਾਅਦ ਉਹ ਇਨਸਾਫ ਵਾਸਤੇ ਦੌੜ ਰਿਹਾ ਹੈ ਤੇ ਵੱਡੇ ਵੱਡੇ ਲੀਡਰਾਂ ਨੂੰ ਉਹਨਾਂ ਨੂੰ ਸਿਕਿਉਰਟੀਆਂ ਦੇ ਕੇ ਤੇ ਉਹਨਾਂ ਨੂੰ NSG ਪੁਲਿਸ ਦੇ ਦਿੱਤੀ, ਉਹਨਾਂ ਨੂੰ ਮੰਤਰੀ ਬਣਾ ਦਿੱਤਾ। ਔਰ ਜਿਹੜਾ ਉਹਨਾਂ ਦਾ ਵਸਾਵਾ ਕੀਤਾ, ਜਿਨ੍ਹਾਂ ਦੇ ਘਰਾਂ ਨੂੰ ਅੱਗ ਲਾਤੀ, ਤਬਾਹੀ ਹੋ ਗਈ, ਉਹਨਾਂ ਨੂੰ ਬਿਠਾਇਆ ਕਿੱਥੇ? ਉਹਨਾਂ ਨੂੰ ਜਾਂ ਤੇ ਸੱਜਣ ਕੁਮਾਰ ਦਾ ਜਿੱਥੇ ਕੌਂਸਟੀਟੂਐਂਸੀ ਸੀ ਉਹਦਾ ਘਰ ਸੀ ਉਹਦੇ ਬਿਲਕੁਲ ਨਾਲ ਉੱਥੇ ਵਸਾਇਆ, ਜਾਂ HKL ਭਗਤ ਦਾ ਜਿਹੜਾ ਘਰ ਸੀ ਉਹਦੇ ਨਾਲ ਲੋਕਾਂ ਨੂੰ ਵਸਾਇਆ ਤਾਂ ਕਿ ਇਹ ਦਹਿਸ਼ਤ 'ਚ ਹਰ ਵੇਲੇ ਰਹਿਣ। ਸੋ ਇਹ ਜੋ ਕੁਝ ਹੋਇਆ ਉਹ ਇੱਕ ਬੜਾ ਸੰਯੋਜਿਤ ਤਰੀਕੇ ਦੇ ਨਾਲ, ਬਹੁਤ ਲੰਬੀ ਪਲੈਨਿੰਗ ਦੇ ਨਾਲ ਕੀਤਾ ਗਿਆ ਸੀ। ਇਹ ਸਾਰੀਆਂ ਚੀਜ਼ਾਂ ਜਨਤਕ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਸਜ਼ਾਵਾਂ ਦਿਵਾਉਂਦੇ ਆ ਰਹੇ, ਅਸੀਂ ਦੇਖਦੇ ਆ ਰਹੇ ਬਹੁਤ ਜਿਹੜੀਆਂ ਨਾ ਇਹਦੇ ਅੰਦਰ ਡੀਪ ਕੌਨਸਪੀਰੇਸੀਜ਼ ਨੇ, ਬਹੁਤ ਕੁਛ ਆ। ਇਸ ਲੜਾਈ ਨੂੰ ਬੜਾ ਸਮਾਂ ਹੋ ਗਿਆ ਸਾਨੂੰ ਵੀ ਲੜਦਿਆਂ ਨੂੰ। ਕੁਛ ਲੋਕਾਂ ਨੂੰ ਜੇਲ੍ਹਾਂ 'ਚ ਲਿਜਾਉਣ 'ਚ ਕਾਮਯਾਬ ਹੋਏ ਔਰ ਕੁਛ ਅਜੇ ਸਾਨੂੰ ਪਤਾ ਹੈ, ਸ਼ਰੇਆਮ ਪਤਾ ਸਾਡੇ ਸਾਹਮਣੇ ਘੁੰਮ ਰਿਹਾ, ਸਾਨੂੰ ਪਤਾ ਇਹ ਕਾਤਲ ਆ, ਲੇਕਿਨ ਵਿਟਨੈਸ ਡਰਦੀਆਂ ਨੇ। ਲੋਕ ਅਜੇ ਵੀ ਇੰਨਾ ਦਹਿਸ਼ਤ 'ਚ ਨੇ। ਜੇ ਤੁਸੀਂ ਉਹਨਾਂ ਪਰਿਵਾਰਾਂ ਨੂੰ ਮਿਲੋ, ਉਹ ਕਹਿੰਦੇ ਜੀ ਬਸ ਹੁਣ ਸਾਨੂੰ ਜੀਣ ਦਿਓ, ਅਸੀਂ ਨੇੜੇ ਵੀ ਨਹੀਂ ਜਾਣਾ। ਇਹੋ ਜਿਹੇ ਕਈ ਪਰਿਵਾਰ ਨੇ। ਸੋ ਇਹ ਵਾਕਈ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਸਿਰਸਾ ਸਾਹਿਬ, ਇੱਕ ਇਸ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜਸਟਿਸ ਢੀਂਗਰਾ ਕਮਿਸ਼ਨ ਨੂੰ ਸਰਕਾਰ ਨੇ ਹਜੇ ਤੱਕ ਐਕਸ਼ਨ ਟੇਕਨ ਰਿਪੋਰਟ ਨਹੀਂ ਦਿੱਤੀ। ਆਰਪੀ ਸਿੰਘ ਸਾਹਿਬ ਆਪਣੀ ਚਿੱਠੀ ਵਿੱਚ ਜ਼ਿਕਰ ਕਰਦੇ ਨੇ ਕਿ ਜਸਟਿਸ ਢੀਂਗਰਾ ਕਮਿਸ਼ਨ ਨੂੰ ਐਕਸ਼ਨ ਟੇਕਨ ਰਿਪੋਰਟ ਹਜੇ ਤੱਕ ਨਹੀਂ ਦਿੱਤੀ ਗਈ। ਹੁਣ ਤਾਂ ਮੌਜੂਦਾ ਸਰਕਾਰ ਨੂੰ ਵੀ ਇੱਕ ਲੰਮਾ ਅਰਸਾ ਹੋ ਚੁੱਕਾ ਹੈ ਕੰਮ ਕਰਦੇ ਨੂੰ ਔਰ ਬਕਾਇਦਾ ਇਸ ਮਾਮਲੇ ਵਿੱਚ ਤਾਂ ਜਿਸ ਤੇਜ਼ੀ ਦੇ ਨਾਲ ਕੰਮ ਕੀਤਾ ਗਿਆ। ਇਹ ਐਕਸ਼ਨ ਟੇਕਨ ਰਿਪੋਰਟ ਦਾ ਕੀ ਮਸਲਾ ਹੈਗਾ? ਮੈਂ ਤੇ ਹੁਣੇ ਉਹਨੂੰ ਤੇ ਤੁਹਾਡੀ ਜਾਣਕਾਰੀ ਹੁਣੇ ਸੁਣ ਰਿਹਾ। ਐਕਸ਼ਨ ਜਸਟਿਸ ਢੀਂਗੜਾ ਨੇ ਤਾਂ ਕੋਈ ਐਕਸ਼ਨ ਟੇਕਨ ਰਿਪੋਰਟ ਦੇਣੀ ਨਹੀਂ ਸੀਗੀ। ਜਸਟਿਸ ਢੀਂਗੜਾ ਨੇ ਜਿਹੜੀਆਂ ਕਮਿਸ਼ਨ ਨੂੰ ਸਰਕਾਰ ਨੇ ਕੋਈ ਖੁਲਵਾਈ ਸੀ, ਦੁਬਾਰਾ ਰੀਓਪਨਿੰਗ ਕਰਾਈ ਸੀ ਕੇਸਿਸ ਨੂੰ, ਉਸ ਕੇਸਿਸ ਦੇ ਵਾਸਤੇ SIT ਬਣਾਈ ਗਈ ਸੀਗੀ। ਉਹ ਸੁਪਰੀਮ ਕੋਰਟ ਨੇ ਬਾਅਦ ਮੋਨੀਟਰਿੰਗ ਕੀਤੀ ਔਰ ਜਿਹੜੇ ਕੇਸਿਸ ਬੰਦ ਕਰ ਦਿੱਤੇ ਗਏ ਸੀਗੇ ਉਹ ਸੁਪਰੀਮ ਕੋਰਟ ਨੇ ਫਿਰ ਇੱਕ ਹੋਰ SIT ਬਣਵਾ ਕੇ ਉਹਨਾਂ ਦੀ ਸਾਰੀ ਜਾਣਕਾਰੀ ਆਪਣੇ ਕੋਲ ਮੰਗਵਾਈ। ਜਿਹੜੇ ਕੇਸਿਸ ਖੁਲਵਾਏ ਸੀ ਉਸ ਦੇ ਚੱਲਦੇ ਹੀ ਕੁਝ ਲੋਕਾਂ ਨੂੰ, ਇੱਕ ਨੂੰ ਸਜ਼ਾਏ ਮੌਤ ਵੀ ਹੋਈ, ਉਮਰ ਕੈਦ ਹੋਈ, ਜਿਹੜੇ ਉਸ ਕੇਸਿਸ ਦੇ ਚੱਲਦੇ ਹੀ। ਸੋ ਮੈਰੌਲੀ ਵਾਲੇ ਕੇਸ ਦੇ ਅੰਦਰ ਉਹ ਜਸਟਿਸ ਢੀਂਗੜਾ ਦੀ ਜਿਹੜੀ ਸਿੱਟ ਬਣੀ ਸੀ ਉਹਨਾਂ ਤੋਂ ਹੀ ਸਾਰੇ ਬਿਆਨ ਔਰ ਉਹਦੇ ਅੰਦਰ ਉਹਨਾਂ ਦੇ ਨਾਲ ਜਿਹੜੇ ਕੇਸਿਸ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਸੀ ਕਿ ਇਹ ਐਵੀਡੈਂਸ ਨਹੀਂ ਹੈਗਾ, ਉਹ ਸਾਰੇ ਵੀ
ਦੁਬਾਰਾ ਤੋਂ ਖੰਗਾਲੇ ਗਏ ਸੀ। ਸੋ ਐਕਸ਼ਨ ਦੀ ਤਾਂ ਇੱਕ ਐਸੀ ਕੋਈ ਕਮੇਟੀ ਨਹੀਂ ਸੀ ਜਿਸ ਕਮੇਟੀ ਨੇ ਖੁਦ ਐਕਸ਼ਨ ਤਾਂ SIT ਨੇ, ਪੁਲਿਸ ਨੇ ਹੀ ਲੈਣਾ ਸੀਗਾ, ਔਰ ਉਹਦੇ ਚ ਸਜ਼ਾਵਾਂ ਵੀ ਪੁਲਿਸ ਨੇ ਹੁਣ ਬੰਦ ਕੇਸਾਂ ਨੂੰ ਖੁਲਵਾ ਕੇ ਜਿਹੜੇ ਲੋਕ ਘਰਾਂ ਚ ਪਏ ਸੀਗੇ ਉਹਨਾਂ ਨੂੰ ਲਿਆ ਕੇ ਲਿਖ ਰਹੇ ਨੇ ਕਿ ਜਸਟਿਸ ਢੀਂਗਰਾ ਕਮਿਸ਼ਨ ਨੂੰ ਸਰਕਾਰ ਨੇ ਐਕਸ਼ਨ ਟੇਕਨ ਰਿਪੋਰਟ ਦੇਣੀ ਸੀ, ਉਹ ਹੁਣ ਤੱਕ ਨਹੀਂ ਦਿੱਤੀ ਹੈ। ਨਹੀਂ, ਇਸ ਤਰ੍ਹਾਂ ਸੀ, ਉਹ ਐਕਸ਼ਨ ਟੇਕਨ ਰਿਪੋਰਟ ਇਹ ਸੀ, ਜਸਟਿਸ ਢੀਂਗਰਾ ਨੂੰ ਸੁਪਰੀਮ ਕੋਰਟ ਨੇ ਬਾਅਦ ਚ ਇੱਕ ਅਪਾਇੰਟ ਕੀਤਾ ਸੀ ਕਿ ਜਿਹੜੇ ਕੇਸਿਸ ਬੰਦ ਹੋ ਗਏ ਨੇ ਉਹ ਕੇਸਿਸ ਬਿਨਾਂ ਐਵੀਡੈਂਸ ਤੇ ਜਿਹੜੇ ਕਿਹਾ ਗਿਆ ਕਿ ਇਹਨਾਂ ਚ ਐਵੀਡੈਂਸ ਨਹੀਂ ਹੈਗਾ ਉਹਨੂੰ ਬੰਦ ਕੀਤੇ ਗਏ ਨੇ। ਉਹਦੇ ਚ ਹੋ ਸਕਦਾ ਜਸਟਿਸ ਢੀਂਗਰਾ ਨੇ ਕਿਸੇ ਇਨਵੈਸਟੀਗੇਸ਼ਨ ਆਫਿਸਰ ਨੂੰ ਜਾਂ ਦੇਖਿਆ ਹੋਵੇ, ਲੇਕਿਨ ਉਹ ਚ ਐਕਸ਼ਨ ਤੇ ਪੁਲਿਸ ਲੈ ਰਹੀ ਐਕਸ਼ਨ ਟੇਕਨ ਰਿਪੋਰਟ ਦਾ ਤਾਂ ਐਸਾ ਕੋਈ ਮੇਰੀ ਜਾਣਕਾਰੀ ਚ ਨਹੀਂ ਹੋ ਸਕਦਾ। ਮੈਂ ਕੋਈ ਨਾ ਸਮਝ ਪਾ ਰਿਹਾ ਹਾਂ ਜਾਂ ਮੈਂ ਕੋਈ ਚੀਜ਼ ਨੂੰ ਮਿਸ ਕਰ ਰਿਹਾ ਹਾਂ। ਬਹੁਤ ਬਹੁਤ ਸ਼ੁਕਰੀਆ ਸਿਰਸਾ ਸਾਹਿਬ ਸਾਡੇ ਨਾਲ ਗੱਲ ਕਰਨ ਲਈ। ਮਨਜਿੰਦਰ ਸਿੰਘ ਸਿਰਸਾ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਸੀਗੇ, ਬੀਜੇਪੀ ਆਗੂ। ਔਰ ਇਹ ਚਿੱਠੀ ਜਿਹੜੀ ਹੈਗੀ ਇਸਨੇ ਇੱਕ ਨਵੇਂ ਸਿਰੋਂ ਇੱਕ ਮਸਲਾ ਜਿਹੜਾ ਬਹੁਤ ਪੁਰਾਣਾ 38 ਸਾਲ ਪੁਰਾਣਾ ਮਸਲਾ ਹੈਗਾ, 4 ਇਨਕੁਆਇਰੀ ਕਮਿਸ਼ਨ ਬਣ ਚੁੱਕੇ ਨੇ, 9 ਕਮੇਟੀਆਂ ਬਣੀਆਂ ਨੇ, 2 SIT ਬਣੀਆਂ ਨੇ। RP ਸਿੰਘ ਸਾਹਿਬ ਕਹਿ ਰਹੇ ਨੇ ਕਿ ਸਹੀ ਤਰੀਕੇ ਨਾਲ ਸਾਜ਼ਿਸ਼ ਹਜੇ ਵੀ ਸਾਹਮਣੇ ਨਹੀਂ ਆਈ, ਇਹ ਸਾਹਮਣੇ ਆਣੀ ਚਾਹੀਦੀ ਹੈ, ਜਨਤਕ ਹੋਣੀ ਚਾਹੀਦੀ ਹੈ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਆਖਿਰਕਾਰ ਕੌਨਸਪੀਰੇਟਰ ਕੌਣ ਸੀਗੇ, ਸਾਜ਼ਿਸ਼ ਘਾੜੇ ਕੌਣ ਸੀਗੇ। ਸਾਡੇ ਨਾਲ तमाम आगुआ ने गल की, सारा शुक्रिया अदा करते हैं। और यह सवाल जोड़ा है RP सिंह साहब ने जो चुक्या अपनी चिट्ठी दे राही, इस ते सरकार की जवाब देगी, सरकार किस तरीके हुण एक्शन लेगी और सरकार जो की कार्रवाई करती है, ये अपने आप में वेखण वाली गल है।